इटल पंजाबी चैनल ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇੱਕ ਵਾਰ ਫਿਰ ਹਾਜ਼ਰ ਹਾਂ ਜਿਹੜੀਆਂ ਕੁਝ ਖਾਸ ਨਿਊਜ਼ ਤੇ ਅੱਜ ਦਾ ਅਪਡੇਟ ਲੈ ਕੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਜਾਂ ਪਹਿਲੀ ਵਾਰ ਦੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਜਿਨ੍ਹਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ। ਤੇ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਦਾ ਬਟਨ ਜ਼ਰੂਰ ਦਬਾ ਲਓ ਕਿਉਂਕਿ ਇਸ ਦੇ ਨਾਲ ਤੁਹਾਨੂੰ ਜਦੋਂ ਵੀ ਅਸੀਂ ਵੀਡੀਓ ਬਣਾਉਂਦੇ ਹਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇਗੀ। ਹੁਣ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ। ਪਹਿਲਾਂ ਦੇਖਦੇ ਹਾਂ ਆਪਾਂ ਇਟਲੀ ਵਿੱਚ ਅੱਜ ਕਿੰਨੇ ਕੇਸ ਆਏ ਹਨ। ਇਟਲੀ ਵਿੱਚ ਅੱਜ 25,853 ਨਵੇਂ ਕੇਸ ਆਏ ਹਨ ਤੇ 722 ਜਿਹੜੀਆਂ ਡੈਥ ਹੋਈਆਂ ਹਨ ਤੇ ਅੱਜ 31,819 ਜਿਹੜੇ ਕੇਸਿਸ ਹੈਗੇ ਪੇਸ਼ੈਂਟਸ ਹੈਗੇ ਆ ਉਹ ਰਿਕਵਰ ਹੋਏ ਹਨ ਤੇ ਅੱਜ 2,30,000 ਜਿਹੜੇ 7 ਜਿਹੜੇ ਸਵੈਬ ਟੈਸਟ ਹੋਏ ਹਨ ਤੇ ਅੱਜ ਦਾ ਜਿਹੜਾ ਪੋਜ਼ਿਟਿਵਿਟੀ ਰੇਟ ਹੈਗਾ ਆ ਉਹ ਵੀ 11% ਹੈ। ਕੱਲ ਥੋੜਾ 12% ਸੀ। ਇਹਦਾ ਮਤਲਬ ਹੈ ਕਿ 100 ਪੇਸ਼ੈਂਟਸ ਦੇ ਵਿੱਚ 100 ਟੈਸਟਾਂ ਦੇ ਪਿੱਛੇ 11 ਜਿਹੜੇ ਪੋਜ਼ਿਟਿਵ ਕੇਸ ਆ ਰਹੇ ਹਨ ਤੇ ਜਿਹੜੇ ਕਰੰਟਲੀ ਪੋਜ਼ਿਟਿਵ ਕੇਸਿਸ ਹੈਗੇ ਇਟਲੀ ਦੇ ਵਿੱਚ ਹੁਣ ਤੱਕ 7,91,697 ਹਨ। ਜੇਕਰ ਆਪਾਂ ਅੱਜ ਦਾ ਡਾਟਾ ਦੇਖੀਏ ਰੀਜਨ ਵਾਈਜ਼ ਤਾਂ ਲੰਬਾਰਦੀਆਂ ਵਿੱਚ ਅੱਜ 5,173 ਕੇਸ ਆਏ ਹਨ। ਪੇਮੋਂਤੇ ਵਿੱਚ 2,878, ਕੰਪਾਨੀਆ ਵਿੱਚ 2,815, ਵੈਨੇਤੋ ਵਿੱਚ 2,660, ਅਮੀਲੀਆ ਰੋਮਾਨੀਆ ਵਿੱਚ 2,130, ਲਾਸੀਓ ਵਿੱਚ 2,102, ਤੁਸਕਾਨੀਆ ਵਿੱਚ 986, ਸਚੀਲੀਆ ਵਿੱਚ 1,317, ਲਿਗੂਰੀਆ ਵਿੱਚ 460, ਪੂਲੀਆ ਵਿੱਚ 1,511 ਤੇ ਮਾਰਕੇ ਵਿੱਚ 448 ਕੇਸ, ਅਬਰੂਸੋ ਵਿੱਚ 628, ਫਿਰੂਲੀ ਵੈਨੇਜ਼ੁਏਲਾ ਵਿੱਚ 696, ਅੰਬਰੀਆ ਵਿੱਚ 386, ਬਲਸਾਨੋ ਵਿੱਚ 341, ਸਰਦਨੀਆ ਵਿੱਚ 351, ਟ੍ਰੇਂਟੋ ਵਿੱਚ 179, ਕਲਾਬਰੀਆ ਵਿੱਚ 335, ਪਾਲੇ ਦੀ ਔਸਤਾ 27, ਬਾਜ਼ਲੀਕਾਤਾ ਵਿੱਚ 339 ਤੇ ਮਲੀਜ਼ੇ ਦੇ ਵਿੱਚ 105 ਕੇਸ ਆਏ ਹਨ। ਇਸ ਤੋਂ ਬਾਅਦ ਜਿਹੜੀ ਪਹਿਲੀ ਨਿਊਜ਼ ਆ ਰਹੀ ਹੈ ਉਹ ਆ ਰਹੀ ਹੈ ਕਿ ਜਿਹੜੀ ਇੱਕ ਮਹਾਨ ਫੁੱਟਬਾਲ ਖਿਡਾਰੀ ਸੀ ਦੀਏਗੋ ਮਾਰਾਡੋਨਾ ਜਿਨ੍ਹਾਂ ਦੀ ਉਮਰ 60 ਸਾਲ ਦੀ ਸੀ ਉਹਨਾਂ ਦਾ ਦੇਹਾਂਤ ਹੋ ਗਿਆ ਹੈ ਤੇ ਇਸ ਦੀ ਜਾਣਕਾਰੀ ਅਰਜਨਟੀਨਾ ਦੀ ਇੱਕ ਮੀਡੀਆ ਨੇ ਦਿੱਤੀ ਹੈ। ਕੁਝ ਹਫ਼ਤੇ ਪਹਿਲਾਂ ਉਹਨਾਂ ਦੀ ਜਿਹੜੀ ਸਿਰ ਦੀ ਸਰਜਰੀ ਹੋਈ ਸੀ। ਉਹਨਾਂ ਦੇ ਜਿਹੜੇ ਸਿਰ ਦੇ ਵਿੱਚ ਕਲੌਟ ਸੀ ਉਹਦੇ ਕਰਕੇ ਉਹਨਾਂ ਦੀ ਸਰਜਰੀ ਹੋਈ ਸੀ ਅਤੇ ਉਸ ਤੋਂ ਬਾਅਦ ਬੁੱਧਵਾਰ ਨੂੰ ਉਹ ਆਪਣੇ ਘਰ ਦੇ ਵਿੱਚ ਹੀ ਉਹਨਾਂ ਨੂੰ ਮਤਲਬ ਕਿ ਹਾਰਟ ਅਟੈਕ ਆਇਆ, ਦਿਲ ਦਾ ਦੌਰਾ ਪਿਆ ਜਿਸ ਦੇ ਕਰਕੇ ਉਹਨਾਂ ਦੀ ਮੌਤ ਹੋ ਗਈ ਹੈ ਅਤੇ ਉਹਨਾਂ ਨੇ ਅਰਜਨਟੀਨਾ ਨੂੰ 1986 ਫੁੱਟਬਾਲ ਵਿਸ਼ਵ ਕੱਪ ਦਿਵਾਉਣ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀ ਤਾਂ ਉਹਨਾਂ ਦਾ ਜਿਹੜਾ ਕੈਰੀਅਰ ਸੀ ਬਹੁਤ ਜ਼ਿਆਦਾ ਸ਼ਾਨਦਾਰ ਰਿਹਾ ਸੀ। ਅਤੇ ਇਸ ਤੋਂ ਬਾਅਦ ਉਹਨਾਂ ਨੇ ਇਟਲੀ 90 ਫਾਈਨਲਸ ਦੇ ਵਿੱਚ ਵੀ ਖੇਡਿਆ ਸੀ ਅਤੇ ਨਪੋਲੀ ਨਾਲ ਉਸਨੇ 2 ਚੈਂਪੀਅਨਸ਼ਿਪਾਂ ਜਿੱਤੀਆਂ ਸੀ, ਇੱਕ 1987 ਅਤੇ ਦੂਸਰੀ 1990 ਦੇ ਵਿੱਚ। ਅਤੇ ਅਰਜਨਟੀਨਾ ਦੀ ਰਾਸ਼ਟਰੀ ਟੀਮ ਦੇ ਨਾਲ ਉਹਨਾਂ ਨੇ 4 ਵਿਸ਼ਵ ਕੱਪ ਵੀ ਖੇਡੀ ਅਤੇ 2010 ਦੇ ਵਿੱਚ ਉਹਨਾਂ ਨੇ ਕੋਚ ਵਜੋਂ ਜਿਹੜੀ ਉਹਨਾਂ ਦੀ ਅਗਵਾਈ ਵੀ ਕੀਤੀ ਸੀ। ਇਸ ਤੋਂ ਬਾਅਦ ਇੱਕ ਜਿਹੜੀ ਅਗਲੀ ਨਿਊਜ਼ ਆ ਰਹੀ ਹੈ ਬਹੁਤ ਹੀ ਸੈਡ ਨਿਊਜ਼ ਹੈ। ਇਹ ਨਿਊਜ਼ ਜਿਹੜੀ ਆ ਪਲੈਰਮੋ ਤੋਂ ਆ ਰਹੀ ਹੈ। ਪਲੈਰਮੋ ਦੇ ਇੱਕ ਸਕੂਲ ਦੇ ਵਿੱਚ ਮਿਡਲ ਸਕੂਲ ਦੇ ਵਿੱਚ 10 ਸਾਲ ਦੀ ਬੱਚੀ ਸੀ ਜਿਹੜੀ ਕਿ ਸਪੋਰਟਸ ਕਰ ਰਹੀ ਸੀ, ਫਿਜ਼ੀਕਲ ਐਜੂਕੇਸ਼ਨ ਦਾ ਉਹਨਾਂ ਦਾ ਪੀਰੀਅਡ ਸੀ, ਉਹ ਖੇਡ ਰਹੀ ਸੀ ਅਤੇ ਖੇਡਦੇ ਟਾਈਮ ਅਚਾਨਕ ਹੀ ਉਸਦਾ ਜਿਹੜਾ ਪੈਰ ਫਿਸਲ ਗਿਆ ਅਤੇ ਉਹ ਮਤਲਬ ਕਿ ਕਿਸੇ ਚੀਜ਼ ਦੇ ਵਿੱਚ ਜਾਂ ਕਹੋ ਬੈਂਚ ਦੇ ਵਿੱਚ ਟਕਰਾਈ ਜਿਸ ਦੇ ਨਾਲ ਉਹਨੂੰ ਕਾਫੀ ਜ਼ਿਆਦਾ ਸੱਟ ਲੱਗੀ ਅਤੇ ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਟੀਚਰ ਸੀ ਉਹਨਾਂ ਦੀ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀ ਜਿਹੜੀ ਐਮਰਜੈਂਸੀ ਜਿਹੜੀ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਬੱਚੀ ਨੂੰ ਨਹੀਂ ਬਚਾਇਆ ਜਾ ਸਕਿਆ ਅਤੇ ਉਸ ਦੀ ਬੱਚੀ ਦੀ ਡੈਥ ਹੋ ਗਈ ਹੈ। ਅਤੇ ਇਹ ਨਿਊਜ਼ ਜਿਹੜੀ ਐਜੂਕੇਸ਼ਨ ਮਿਨਿਸਟਰ ਐਂਜੋਲੀਨਾ ਜੀ ਹੈ ਉਹਨਾਂ ਕੋਲ ਪਹੁੰਚੀ ਹੈ ਅਤੇ ਇਸ ਦੇ ਲਈ ਉਹਨਾਂ ਨੇ ਬਹੁਤ ਜ਼ਿਆਦਾ ਦੁੱਖ ਪ੍ਰਗਟ ਕੀਤਾ ਹੈ ਅਤੇ ਉਹਨਾਂ ਦੇ ਜਿਹੜੇ ਪੇਰੈਂਟਸ ਹੈਗੇ ਆ ਉਹਨਾਂ ਨੂੰ ਆਪਣੀ ਮਤਲਬ ਕਿ ਕੰਡੋਲਸੈਂਸ ਦਿੱਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਜੋ ਵੀ ਇਹਦੇ ਬਾਰੇ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਵੇ। ਇਸ ਤੋਂ ਬਾਅਦ ਅਗਲੀ ਨਿਊਜ਼ ਵੀ ਇਸੇ ਤਰ੍ਹਾਂ ਦੀ ਹੈ ਅਤੇ ਇਹ ਨਿਊਜ਼ ਦੇ ਵਿੱਚ ਵੀ ਇੱਕ ਜਿਹੜੀ 9 ਸਾਲ ਦੀ ਲੜਕੀ ਸੀ ਜਿਹੜੀ ਕਿ ਆਪਣੀ ਬੇਬੀ ਸੀਟਰ ਸੀ ਅਤੇ ਆਪਣੀ ਸਿਸਟਰ ਦੇ ਨਾਲ ਗੱਡੀ ਦੇ ਵਿੱਚ ਜਾ ਰਹੀ ਸੀ ਅਤੇ ਇੱਕ ਸੜਕ ਹਾਦਸੇ ਵਿੱਚ ਉਹ ਛੋਟੀ ਜਿਹੀ ਬੱਚੀ ਦੀ ਡੈਥ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਇੱਕ ਸੜਕ ਹਾਦਸਾ ਜਿਹੜਾ ਹੈਗਾ ਆ ਫੈਰਨਟੀਨੋ ਦੇ ਵਿੱਚ ਬੀਆ ਕਾਜ਼ਿਲਿਨਾ ਦੇ ਵਿੱਚ ਹੋਇਆ ਅਤੇ ਇਸ ਹਾਦਸੇ ਵਿੱਚ ਜਿਹੜਾ ਡਰਾਈਵਰ ਸੀ ਉਹ ਮਤਲਬ ਕਿ ਜਿਹੜੀ ਮਰਸਡੀ ਗੱਡੀ ਚਲਾ ਰਿਹਾ ਸੀ ਅਤੇ ਉਸ ਦੀ ਉਮਰ 60 ਸਾਲ ਦੇ ਕਰੀਬ ਸੀ ਅਤੇ ਉਸ ਦੀ ਗੱਡੀ ਜਿਹੜੀ ਇਹਨਾਂ ਦੀ ਗੱਡੀ ਨਾਲ ਜਦੋਂ ਟਕਰਾਈ ਅਤੇ ਉਸ ਤੋਂ ਬਾਅਦ ਇਹ ਬਹੁਤ ਹੀ ਦਰਦਨਾਕ ਹਾਦਸਾ ਹੋਇਆ ਅਤੇ ਉਸ ਲੜਕੀ ਦਾ ਨਾਮ ਆਸੀਆ ਸੀ ਅਤੇ ਕੁਝ ਪਿਛਲੇ ਅਗਸਤ ਦੇ ਵਿੱਚ ਉਸਨੇ ਆਪਣਾ ਜਨਮ ਦਿਨ ਸੈਲੀਬ੍ਰੇਟ ਕੀਤਾ ਸੀ ਅਤੇ ਉਹ ਐਲੀਮੈਂਟਰੀ ਸਕੂਲ ਦੇ ਵਿੱਚ ਪੜ੍ਹ ਰਹੀ ਸੀ ਅਤੇ ਜਿਹੜੀ ਉਹਦੀ ਛੋਟੀ ਸਿਸਟਰ ਸੀ ਅਤੇ ਬੇਬੀ ਸੀਟਰ ਸੀ ਉਹ ਦੋਨੋਂ ਹੀ ਜ਼ਖਮੀ ਹੋਈਆਂ ਹਨ ਅਤੇ ਉਹਨਾਂ ਨੂੰ ਮਤਲਬ ਕਿ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਅਤੇ ਉਹ ਖਤਰੇ ਤੋਂ ਬਾਹਰ ਹਨ। ਬਾਕੀ ਇਸ ਕੇਸ ਦੇ ਬਾਰੇ ਜਿਹੜੀ ਪੁਲਿਸ ਹੈਗੀ ਆ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ। ਅਤੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜਿਹੜੀ ਗੌਰਮੈਂਟ ਹੈਗੀ ਆ ਨਵੇਂ ਜਿਹੜੇ ਕ੍ਰਿਸਮਸ DPCM ਹੈ ਉਸ 'ਤੇ ਵਰਕ ਕਰ ਰਹੀ ਹੈ ਅਤੇ ਅੱਜ ਜਿਹੜੀ ਉਹਨਾਂ ਦੀ ਮੀਟਿੰਗ ਹੋ ਰਹੀ ਹੈ ਅਤੇ ਉਸ ਵਿੱਚ ਡਿਸਾਈਡ ਕੀਤਾ ਜਾਵੇਗਾ ਕਿ ਜਿਹੜੇ ਰਿਲੇਟਿਵਸ ਵਿੱਚ ਕਿੰਨੇ ਮੈਕਸੀਮਮ ਨੰਬਰ ਮਤਲਬ ਕਿ ਕਿੰਨੇ ਲੋਕ ਰਿਲੇਟਿਵਸ ਹੈਗੇ ਆ ਆਪਸ ਦੇ ਵਿੱਚ ਕ੍ਰਿਸਮਸ ਦਾ ਜਿਹੜਾ ਡਿਨਰ ਹੈਗਾ ਆ ਜਾਂ ਤਿਉਹਾਰ ਹੈਗਾ ਆ ਉਹਨੂੰ ਸੈਲੀਬ੍ਰੇਟ ਕਰ ਸਕਦੇ ਆ ਅਤੇ ਇਸ ਦੇ ਨਾਲ ਜਿਹੜੀਆਂ ਦੁਕਾਨਾਂ ਖੁੱਲ੍ਹਣ ਦਸੰਬਰ ਦੇ ਵਿੱਚ ਜਿਹੜੀ ਰੀਓਪਨਿੰਗ ਹੈ ਉਹਦੇ ਬਾਰੇ ਵੀ ਡਿਸਕਸ਼ਨ ਚੱਲ ਰਹੀ ਹੈ।
ਇਸ ਤੋਂ ਬਾਅਦ ਜਿਹੜੀ ਯੂਰੋਪੀਅਨ ਹੈਗੀ ਆ ਐਗਰੀਮੈਂਟ ਹੈਗਾ ਆ, ਇਸ 'ਤੇ ਵੀ ਤਿਆਰੀ ਕਰ ਰਹੀ ਹੈ ਕਿ ਜਿਹੜੀ ਸਕੀ ਰਿਜ਼ੋਰਟਸ ਹੈਗੇ ਆ, ਜਦੋਂ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਹੋਟਲਸ ਜਾਂ ਰਿਜ਼ੋਰਟਸ ਹੈਗੇ ਆ ਜਿੱਥੇ ਲੋਕ ਸਕੇਟਿੰਗ ਕਰਨ ਜਾਂਦੇ ਆ, ਉਹਨਾਂ ਨੂੰ ਰੀਓਪਨ ਕੀਤਾ ਜਾਵੇਗਾ ਕਿ ਨਹੀਂ ਕੀਤਾ ਜਾਵੇਗਾ, ਇਸ ਦੇ ਬਾਰੇ ਵੀ ਸਰਕਾਰ ਮਤਲਬ ਕਿ ਵਿਚਾਰ ਕਰ ਰਹੀ ਹੈ। ਅਤੇ ਇਹ ਵੀ ਮਤਲਬ ਕਿ ਹੋਪ ਕੀਤੀ ਜਾ ਰਹੀ ਹੈ, ਆਸ਼ਾ ਕੀਤੀ ਜਾ ਰਹੀ ਹੈ ਕਿ ਜਿਹੜਾ ਵੈਕਸੀਨੇਸ਼ਨ ਦਾ ਪਲਾਨ ਹੈ, ਜੋ ਵੀ ਯੋਜਨਾ ਹੈਗੀ ਆ, ਉਹ 2 ਦਸੰਬਰ ਨੂੰ ਅਨਾਊਂਸ ਕੀਤੀ ਜਾਵੇਗੀ। ਅਤੇ ਜਿਹੜੀ ਪਹਿਲੀ ਕੋਵਿਡ ਵੈਕਸੀਨੇਸ਼ਨ ਹੈਗੀ ਆ ਯੂਰਪ ਯੂਨੀਅਨ ਦੇ ਵਿੱਚ, ਉਹ ਦਸੰਬਰ ਦੇ ਐਂਡ ਤੋਂ ਪਹਿਲਾਂ ਸਟਾਰਟ ਹੋਵੇਗੀ। ਅਤੇ ਇਸ ਤੋਂ ਬਾਅਦ ਜਿਹੜੀ ਐਸਟਰਾਜੇਨੇਕਾ ਕੰਪਨੀ ਹੈ, ਉਹਨਾਂ ਨੇ ਅਨਾਊਂਸ ਕੀਤਾ ਹੈ ਕਿ ਉਹਨਾਂ ਦੀ ਵੈਕਸੀਨ ਦੀ ਕੀਮਤ 3 ਯੂਰੋ ਹੋਵੇਗੀ ਅਤੇ ਜਿਹੜੇ ਇਸ ਨੂੰ ਘਰ ਦੇ ਵਿੱਚ ਵੀ ਫਰਿੱਜ ਦੇ ਵਿੱਚ ਰੱਖਿਆ ਜਾ ਸਕਦਾ ਹੈ। ਅਤੇ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜਿਹੜਾ ਪਿਮੌਂਤੇ ਹੈਗੇ ਆ, ਪਿਮੌਂਤੇ ਰੀਜਨ ਜਿਹੜਾ ਆ ਰੈੱਡ ਜ਼ੋਨ ਤੋਂ ਬਾਹਰ ਆ ਰਿਹਾ ਹੈ ਅਤੇ ਕੁਛ ਹੀ ਦਿਨਾਂ ਦੇ ਵਿੱਚ ਇਹ ਔਰੰਜ ਜ਼ੋਨ ਦੇ ਵਿੱਚ ਚਲਾ ਜਾਵੇਗਾ। ਅਤੇ 1 ਤੋਂ 3 ਦਸੰਬਰ ਦੇ ਵਿਚਕਾਰ ਜਿਹੜਾ ਹੈਗਾ ਆ, ਇਹ ਔਰੰਜ ਜ਼ੋਨ ਦੇ ਵਿੱਚ ਕਨਵਰਟ ਹੋ ਜਾਵੇਗਾ। ਅਤੇ ਇਸ ਦੀ ਜਾਣਕਾਰੀ ਉੱਥੇ ਦੇ ਗਵਰਨਰ ਨੇ ਦਿੱਤੀ ਹੈ। ਅਤੇ ਔਰੰਜ ਜ਼ੋਨ ਦੇ ਵਿੱਚ ਜਾਣ ਦੇ ਨਾਲ ਜਿਹੜੇ ਉੱਥੇ ਜਿਹੜੀਆਂ ਰੈਸਟ੍ਰਿਕਸ਼ਨਸ ਲੱਗੀਆਂ, ਪਾਬੰਦੀਆਂ ਲੱਗੀਆਂ ਹੈ, ਉਹਨਾਂ ਦੇ ਵਿੱਚ ਥੋੜ੍ਹੀ ਢਿੱਲ ਦਿੱਤੀ ਜਾਵੇਗੀ। ਅਤੇ ਉਹਨਾਂ ਨੇ ਕਿਹਾ ਹੈ ਕਿ ਜਦੋਂ ਰੈੱਡ ਜ਼ੋਨ ਦੇ ਵਿੱਚ ਸੀ ਤਾਂ ਜਿਹੜਾ ਉਹਨਾਂ ਦਾ RT ਇੰਡੈਕਸ ਸੀਗਾ ਉਹ 2.16 ਸੀ, ਅਤੇ ਹੁਣ ਜਿਹੜਾ ਲਾਸਟ ਰਿਪੋਰਟ ਦੇ ਵਿੱਚ ਜਿਹੜੀ ਸ਼ੁੱਕਰਵਾਰ ਨੂੰ ਦਿੱਤੀ ਗਈ ਹੈ, ਉਹਦੇ ਵਿੱਚ ਜਿਹੜਾ ਉਹਨਾਂ ਦਾ RT ਇੰਡੈਕਸ ਹੈਗਾ ਆ 1.1 ਹੈ, ਤਾਂ ਜੋ ਕਾਫੀ ਘੱਟ ਹੈ। ਅਤੇ ਇਸੇ ਆਧਾਰ 'ਤੇ ਉਹਨਾਂ ਦਾ ਜਿਹੜਾ ਕਲਰ ਹੈਗਾ ਆ ਪਿਮੌਂਤੇ ਦਾ, ਉਹ ਰੈੱਡ ਜ਼ੋਨ ਤੋਂ ਉਹ ਔਰੰਜ ਜ਼ੋਨ ਦੇ ਵਿੱਚ ਕਨਵਰਟ ਹੋ ਰਿਹਾ ਹੈ। ਇਸ ਤੋਂ ਬਾਅਦ ਜਿਹੜੇ ਇੱਥੇ ਦੇ ਰੀਜਨਲ ਅਫੇਅਰਸ ਮਿਨਿਸਟਰ ਹੈਗੇ ਆ ਫ੍ਰੈਂਚੈਸਕੋ ਬੋਚਾ ਜੀ, ਉਹਨਾਂ ਨੇ ਕਿਹਾ ਹੈ ਕਿ ਜੇਕਰ ਪਾਬੰਦੀਆਂ ਘਟਾਉਂਦੇ ਹਾਂ, ਮੂਵਮੈਂਟਸ ਵੱਧਦੀ ਹੈ, ਤਾਂ ਜਿਹੜੀ ਦਸੰਬਰ ਦੇ ਵਿੱਚ ਆਪਾਂ ਕੁਝ ਢਿੱਲ ਦਿੰਦੇ ਹਾਂ ਵਿਦਆਊਟ ਲਿਮਿਟਸ 'ਤੇ, ਤਾਂ ਜਿਹੜੀ ਸਿਚੁਏਸ਼ਨ ਹੈਗੀ ਆ ਮੁੜ ਕੇ ਫਿਰ ਦੁਬਾਰਾ ਫਰਵਰੀ ਵਾਂਗੂ ਹੋ ਜਾਵੇਗੀ। ਅਤੇ ਜਿਹੜੀ ਥਰਡ ਵੇਵ ਲਈ, ਜਿਹੜੀ ਤੀਜੀ ਲਹਿਰ ਲਈ ਉਹਨਾਂ ਨੂੰ ਤਿਆਰ ਰਹਿਣਾ ਪਵੇਗਾ। ਅਤੇ ਉਹ ਚਾਹੁੰਦੇ ਹਨ ਕਿ ਇਸ ਨੂੰ ਅਵੋਇਡ ਕੀਤਾ ਜਾਵੇ ਅਤੇ ਜੋ ਵੀ ਮੂਵਮੈਂਟ ਹੈਗੀਆਂ ਪਾਬੰਦੀਆਂ ਦੇ ਨਾਲ ਹੀ ਹੋਣ। ਅਤੇ ਇਸ ਤੋਂ ਬਾਅਦ ਜਿਹੜੀ ਅਗਲੀ ਨਿਊਜ਼ ਟੋਕੀਓ ਤੋਂ ਹੈ। ਟੋਕੀਓ ਜਾਪਾਨ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਮਤਲਬ ਉਹਦੇ ਵਿੱਚ ਵੀ ਐਮਰਜੈਂਸੀ ਕਰੋਨਾ ਵਾਇਰਸ ਐਮਰਜੈਂਸੀ ਲਗਾ ਦਿੱਤੀ ਗਈ ਹੈ, ਕਿਉਂਕਿ ਕੇਸਿਸ ਵੱਧ ਗਏ ਹਨ ਉੱਥੇ ਵੀ। ਅਤੇ ਉਹਨਾਂ ਨੇ ਜਿਹੜੇ ਬਾਰਸ ਰੈਸਟੋਰੈਂਟਸ ਹੈਗੇ ਆ, ਉਹਨਾਂ ਦਾ ਬੰਦ ਕਰਨ ਦਾ ਜਿਹੜਾ ਸਮਾਂ ਹੈ 10 ਵਜੇ ਤੱਕ ਕਰ ਦਿੱਤਾ ਹੈ ਇਸੇ ਸ਼ਨੀਵਾਰ ਤੋਂ, ਅਤੇ 17 ਦਸੰਬਰ ਤੱਕ ਇਹ ਲਾਗੂ ਰਹੇਗਾ। ਉਸ ਤੋਂ ਬਾਅਦ ਜਿਹੜੇ ਸਕੂਲਾਂ ਬਾਰੇ ਹੈ, ਉਹਦੇ ਵਿੱਚ ਮਤਲਬ ਜਿਹੜਾ ਨਵਾਂ ਕ੍ਰਿਸਮਸ DPCM ਆ ਰਿਹਾ, ਉਹਦੇ ਬਾਰੇ ਜਿਹੜੀ ਗੌਰਮੈਂਟ ਵਿਚਾਰ ਕਰ ਰਹੀ ਹੈ ਕਿ ਸਕੂਲਾਂ ਨੂੰ ਦੁਬਾਰਾ ਜਿਹੜਾ ਹੈਗਾ ਆ 9 ਦਸੰਬਰ ਤੱਕ ਖੋਲ੍ਹ ਦਿੱਤਾ ਜਾਵੇਗਾ, ਕਿਉਂਕਿ ਇਸ ਦੇ ਬਾਰੇ ਜਿਹੜੇ ਐਜੂਕੇਸ਼ਨ ਮਿਨਿਸਟਰ ਐਂਜੋਲੀਨਾ ਜੀ ਹੈ, ਉਹਨਾਂ ਦਾ ਕਹਿਣਾ ਹੈ ਕਿ ਕਲਾਸ ਦੇ ਰੂਮ ਵਿੱਚ ਜਿਹੜੇ ਰੂਲਸ ਹੈਗੇ ਆ ਉਹ ਕਾਫੀ ਨਹੀਂ ਹੈਗੇ, ਕਿਉਂਕਿ ਜਿਹੜੀ ਪ੍ਰੋਬਲਮ ਆਫ ਇਨਫੈਕਸ਼ਨ ਦੀ ਪ੍ਰੋਬਲਮ ਹੈਗੀ ਆ, ਉਹ ਸਕੂਲਾਂ ਦੀ ਨਹੀਂ ਹੈ, ਬਲਕਿ ਜਿਹੜੇ ਬਾਹਰ ਗੈਦਰਿੰਗ ਹੁੰਦੀ ਹੈ ਇੰਸਟੀਟਿਊਸ਼ਨ ਦੇ ਬਾਹਰ, ਉਹਨਾਂ ਦੇ ਕਰਕੇ ਹੁੰਦੀ ਹੈ। ਅਤੇ ਇਸ ਦੇ ਬਾਰੇ ਵੀ ਅੱਜ ਜਿਹੜੇ ਕੌਂਤੀ ਜੀ ਇਸ ਦੇ ਬਾਰੇ ਸਕੂਲਾਂ ਦੇ ਬਾਰੇ ਵੀ ਉਹ ਡਿਸਕਸ ਕਰਨਗੇ। ਫਿਲਹਾਲ ਜਿਹੜੇ ਰੈਡ ਏਰੀਆ ਦੇ ਵਿੱਚ ਸਕੂਲਸ ਹੈਗੇ ਆ, ਹਾਈ ਸਕੂਲ ਹੈਗੇ ਆ, ਉਹਨਾਂ ਦੀ ਜਿਹੜੀ ਸਟੱਡੀ ਹੈਗੀ ਆ ਔਨਲਾਈਨ ਚੱਲ ਰਹੀ ਹੈ। ਅਤੇ ਸੈਕਮੀਡੀਆ ਦੇ ਵੀ ਸੈਕੌਂਦਾ ਦੀ ਜਿਹੜੀ ਤੇਰਸਾ ਕਲਾਸਿਸ ਹੈਗੀ ਆ, ਉਹਨਾਂ ਦੀ ਕਲਾਸਿਸ ਵੀ ਔਨਲਾਈਨ ਫਿਲਹਾਲ ਚੱਲ ਰਹੀਆਂ ਹਨ। ਅਤੇ ਇਸ ਤੋਂ ਬਾਅਦ ਜਿਹੜੀ ਅਗਲੀ ਨਿਊਜ਼ ਹੈਗੀ ਆ, ਉਹ UK ਤੋਂ ਆ ਰਹੀ ਹੈ। UK ਦੇ ਵਿੱਚ ਕਰੋਨਾ ਵਾਇਰਸ ਤੋਂ ਬਚਾਅ ਕਰਨ ਦੇ ਲਈ ਜਿਹੜੀਆਂ ਉੱਥੇ ਪਾਬੰਦੀਆਂ ਲੱਗੀਆਂ ਹਨ, ਅਤੇ ਸਰਕਾਰ ਵੱਲੋਂ ਕ੍ਰਿਸਮਸ ਦਿਨਾਂ ਵਿੱਚ ਇਹਨਾਂ ਦੇ ਵਿੱਚ ਕੁਝ ਢਿੱਲ ਦਿੱਤੀ ਜਾਵੇਗੀ। ਅਤੇ ਕ੍ਰਿਸਮਸ ਦੇ ਦੌਰਾਨ 5 ਦਿਨਾਂ ਲਈ ਘਰਾਂ ਦੇ ਵਿੱਚ ਜਿਹੜੀ ਸੀਮਿਤ ਮੁਲਾਕਾਤ ਦੀ ਆਗਿਆ ਦੇਣ ਦੇ ਲਈ ਇੱਕ ਸਮਝੌਤਾ ਕੀਤਾ ਗਿਆ ਹੈ। ਇਸ ਦਾ ਮਤਲਬ ਹੈ ਕਿ ਦਸੰਬਰ ਦੇ ਮਹੀਨੇ ਦੇ ਵਿੱਚ 5 ਦਿਨਾਂ ਦੇ ਵਿੱਚ 3 ਘਰਾਂ ਦੇ ਜਿਹੜੇ ਰਹਿਣ ਵਾਲੇ ਜਿਹੜੇ ਵਸਨੀਕ ਹੈਗੇ ਆ, ਉਹਨਾਂ ਨੂੰ ਘਰ ਦੇ ਅੰਦਰ ਮਿਲਣ ਦੀ ਆਗਿਆ ਹੋਵੇਗੀ। ਅਤੇ ਇਸ ਦਾ ਮਤਲਬ ਹੈ ਕਿ ਜਿਹੜੇ 3 ਪਰਿਵਾਰ ਇਕੱਠੇ ਹੋ ਸਕਦੇ ਹਨ ਅਤੇ ਇੱਕ ਛੋਟਾ ਜਿਹਾ ਗਰੁੱਪ ਬਣਾ ਸਕਦੇ ਹਨ। ਅਤੇ ਇਹ 23 ਤੋਂ ਲੈ ਕੇ 27 ਦਸੰਬਰ ਦੇ ਵਿੱਚ ਮਤਲਬ ਕਿ ਆਪਸ ਦੇ ਵਿੱਚ ਮਿਲ ਸਕਦੇ ਹਨ। ਅਤੇ ਇਸ ਤੋਂ ਇਲਾਵਾ ਜਿਹੜੀ ਫੈਮਲੀਜ਼ ਹੈਗੀਆਂ ਆ, ਇਹਨਾਂ ਦਾ ਜਿਹੜਾ ਗਰੁੱਪ ਹੈ ਕਿਸੇ ਹੋਰ ਦੇ ਨਾਲ ਕੋਈ ਵੀ ਗਤੀਵਿਧੀ ਨਹੀਂ ਕਰ ਸਕੇਗਾ। ਅਤੇ ਸਰਕਾਰ ਦੁਆਰਾ ਕ੍ਰਿਸਮਸ ਮੌਕੇ ਵਿੱਚ ਇਹ ਢਿੱਲ ਦੇਣ ਲਈ ਦੇਸ਼ ਵਾਸੀਆਂ ਨੂੰ ਅਪੀਲ ਵੀ ਹੈ ਕਿ ਉਹ ਇਹਨਾਂ ਨਿਯਮਾਂ ਦਾ ਪਾਲਣ ਕਰਦੇ ਰਹਿਣ ਅਤੇ ਸਾਵਧਾਨੀਆਂ ਵਰਤਦੇ ਰਹਿਣ, ਜਿਸ ਦੇ ਨਾਲ ਕਿ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਜੇਕਰ ਆਪਾਂ ਅਮਰੀਕਾ ਦੀ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ 48,668 ਨਵੇਂ ਕੇਸ ਆਏ ਹਨ ਅਤੇ 686 ਡੈਥ ਹੋਈਆਂ ਹਨ। ਅਤੇ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਵਿੱਚ ਵੀ ਜਿਹੜੇ ਹਸਪੀਟਲ ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ 2 ਹਫ਼ਤਿਆਂ ਦੇ ਦੌਰਾਨ 21% ਦਾ ਵਾਧਾ ਹੋਇਆ ਹੈ। ਅਤੇ ਇਸ ਦੇ ਨਾਲ ਜਿਹੜੇ ICU ਵਿੱਚ ਮਤਲਬ ਕਿ ਜਿਹੜੇ ਹੈਗੇ ਆ, ਉਹ 50% ਤੋਂ ਉੱਤੇ ਜਿਹੜੇ ਕੇਸਾਂ ਦਾ ਵਾਧਾ ਹੋਇਆ ਹੈ। ਜਰਮਨੀ ਵਿੱਚ 7,487 ਕੇਸ ਆਏ ਹਨ, 145 ਡੈਥ ਹੋਈਆਂ ਹਨ। ਪੋਲੈਂਡ ਦੇ ਵਿੱਚ 15,362 ਕੇਸ ਆਏ ਹਨ, 674 ਡੈਥ ਹੋਈਆਂ ਹਨ। ਬੈਲਜੀਅਮ ਵਿੱਚ 1,901 ਕੇਸ ਅਤੇ 183 ਡੈਥ ਹੋਈਆਂ ਹਨ। ਨੀਦਰਲੈਂਡ ਵਿੱਚ 4,909 ਕੇਸ ਅਤੇ 74 ਡੈਥ ਹੋਈਆਂ ਹਨ। ਕੈਨੇਡਾ ਦੇ ਵਿੱਚ 2,482 ਕੇਸ ਅਤੇ 63 ਡੈਥ ਹੋਈਆਂ ਹਨ। ਸਵਿਟਜ਼ਰਲੈਂਡ ਵਿੱਚ 4,876 ਕੇਸ ਅਤੇ 66 ਡੈਥ ਹੋਈਆਂ ਹਨ। ਪੁਰਤਗਾਲ ਵਿੱਚ 5,290 ਕੇਸ 71 ਡੈਥ ਹੋਈਆਂ ਹਨ। ਆਸਟ੍ਰੇਲੀਆ ਦੇ ਵਿੱਚ 5,802 ਕੇਸ ਅਤੇ 90 ਡੈਥ ਹੋਈਆਂ ਹਨ। ਡੈਨਮਾਰਕ ਵਿੱਚ 1,883 ਕੇਸ ਆਏ ਹਨ, 183 ਕੇਸ ਆਏ ਹਨ ਅਤੇ 5 ਡੈਥ ਹੋਈਆਂ ਹਨ। ਅਤੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਆਸਟ੍ਰੇਲੀਆ,
ਇਹ ਵਿੱਚ ਅੱਜ 5 ਕੇਸ ਆਏ ਹਨ ਤੇ ਨਾਰਵੇ ਵਿੱਚ 271 ਕੇਸ ਤੇ 2 ਡੈਥ ਹੋਈਆਂ ਹਨ। ਤੇ ਇਸ ਤੋਂ ਬਾਅਦ ਅਗਲੀ ਨਿਊਜ਼ ਕੈਨੇਡਾ ਦੇ ਓਨਟਾਰੀਓ ਤੋਂ ਆ ਰਹੀ ਹੈ। ਓਨਟਾਰੀਓ ਸਰਕਾਰ ਨੇ ਐਲਾਨ ਕੀਤਾ ਹੈ ਕਿ 20 ਮਿੰਟਾਂ ਦੇ ਵਿੱਚ ਕਰੋਨਾ ਦੀ ਟੈਸਟ ਰਿਪੋਰਟ ਦੇਣ ਵਾਲੀਆਂ ਮਸ਼ੀਨਾਂ ਹੁਣ ਜਲਦ ਹੀ ਜਿਹੜੀ ਹਸਪਤਾਲਾਂ ਵਿੱਚ ਪਹੁੰਚਾ ਦਿੱਤੀਆਂ ਜਾਣਗੀਆਂ। ਉਹਨਾਂ ਨੇ ਇਹ ਕਦਮ ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਜਲਦੀ ਟੈਸਟਿੰਗ ਕਰਨ ਦੇ ਲਈ ਇਹ ਕਦਮ ਚੁੱਕਿਆ ਹੈ। ਤੇ ਉੱਥੇ ਦੀ ਗਵਰਨਰ ਨੇ ਦੱਸਿਆ ਹੈ ਕਿ ਕਰੋਨਾ ਦੇ ਬਹੁਤ ਜ਼ਿਆਦਾ ਮਾਮਲੇ ਵਧਣ ਦੇ ਨਾਲ ਟੋਰਾਂਟੋ ਤੇ ਪੀਲ ਰੀਜਨ ਵਿੱਚ ਲੋਕਡਾਊਨ ਕੀਤਾ ਗਿਆ ਹੈ। ਤੇ ਇਸ ਤੋਂ ਬਾਅਦ ਕੈਨੇਡਾ ਦੇ ਸੂਬੇ ਐਲਬਰਟਾ ਦੀ ਜਿਹੜੇ ਮੁੱਖ ਮੰਤਰੀ ਹੈਗੇ ਆ, ਉਹਨਾਂ ਨੇ ਸੂਬੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਇੰਨੇ ਜ਼ਿਆਦਾ ਮਾਮਲੇ ਵੱਧ ਗਏ ਹਨ ਤੇ ਉੱਥੇ ਜ਼ਿਆਦਾ ਸਖਤ ਪਾਬੰਦੀਆਂ ਦੀ ਲੋੜ ਹੈ। ਤੇ ਇਸ ਸੰਬੰਧੀ ਉਹਨਾਂ ਨੇ ਸਿਹਤ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਹੈ ਤੇ ਇਸੇ ਕਰਕੇ ਲੋਕਾਂ ਦਾ ਜਿਹੜਾ ਘਰਾਂ ਵਿੱਚ ਇਕੱਠੇ ਹੋਣ ਤੇ ਉੱਥੇ ਵੀ ਰੋਕ ਲਗਾ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਹੈ ਕਿ ਜਿਹੜੇ ਲੋਕ ਘਰਾਂ ਵਿੱਚ ਇਕੱਲੇ ਰਹਿੰਦੇ ਹਨ ਉਹ 2 ਲੋਕਾਂ ਨੂੰ ਮਿਲ ਸਕਦੇ ਹਨ ਤੇ ਬਾਕੀ ਸਕੂਲ, ਚਰਚ, ਰੈਸਟੋਰੈਂਟਸ, ਜਿਹੜੇ ਖੇਡਾਂ ਵਾਲੇ ਪਲੇਟਫਾਰਮ ਹੈਗੇ ਆ, ਉਹਨਾਂ ਤੇ ਲੋਕਾਂ ਦੇ ਇਕੱਠ ਦੀ ਗਿਣਤੀ ਨੂੰ ਘੱਟ ਕਰਨ ਦੀ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਬਾਕੀ ਜਿਹੜੇ ਵਿਆਹ ਸ਼ਾਦੀਆਂ ਤੇ ਅੰਤਿਮ ਸੰਸਕਾਰ ਦੇ ਵਿੱਚ ਵੀ ਲੋਕਾਂ ਦੀ ਇਕੱਠ ਦੀ ਗਿਣਤੀ ਸੀਮਿਤ ਕੀਤੀ ਜਾਵੇਗੀ। ਇਸ ਤੋਂ ਬਾਅਦ ਜਿਹੜੀ ਅਗਲੀ ਨਿਊਜ਼ ਹੈਗੀ ਦੁਬਈ ਤੋਂ ਆ ਰਹੀ ਹੈ। ਇਜ਼ਰਾਈਲ ਤੇ ਸੰਯੁਕਤ ਰਾਜ ਅਮੀਰਾਤ ਦੇ ਵਿੱਚ ਹੋਈ ਸ਼ਾਂਤੀ ਸਮਝੌਤੇ ਦੀ ਜਿਹੜੀ ਪਾਕਿਸਤਾਨ ਜਿਹੜੀ ਆਲੋਚਨਾ ਲਗਾਤਾਰ ਕਰ ਰਿਹਾ ਸੀ ਤੇ ਇਸ ਦੇ ਨਾਲ UAE ਕਾਫੀ ਨਾਰਾਜ਼ ਸੀ ਤੇ ਹੁਣ ਜਿਹੜਾ ਯੂਨਾਈਟਿਡ ਅਰਬ ਅਮੀਰਾਤ ਨੇ ਪਾਕਿਸਤਾਨ ਨੂੰ ਕਾਫੀ ਝਟਕਾ ਦਿੱਤਾ ਹੈ ਤੇ ਯੂਨਾਈਟਿਡ ਅਰਬ ਅਮੀਰਾਤ ਨੇ ਪਾਕਿਸਤਾਨ ਸਮੇਤ 12 ਹੋਰ ਦੇਸ਼ਾਂ ਦੇ ਲੋਕਾਂ ਨੂੰ ਵੀਜ਼ਾ ਜਾਰੀ ਕਰਨ ਤੇ ਅਸਥਾਈ ਤੌਰ ਤੇ ਰੋਕ ਲਗਾ ਦਿੱਤੀ ਹੈ। ਇਸ ਬਾਰੇ ਪਾਕਿਸਤਾਨ ਦਾ ਕਹਿਣਾ ਹੈ ਕਿ ਇਹ ਰੋਕ ਦੇਸ਼ ਵਿੱਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਾਰਨ ਲਗਾਈ ਗਈ ਹੈ, ਪਰ ਮਾਹਰ ਮੰਨਦੇ ਹਨ ਕਿ ਪਾਕਿਸਤਾਨ ਤੇ ਇਹ ਰੋਕ ਜਿਹੜੀ ਹੈਗੀ ਆ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜਿਹੜਾ ਉਹਨਾਂ ਨੇ ਗਲਤ ਬਿਆਨ ਦਿੱਤੀ ਸੀ ਉਹਦੇ ਕਰਕੇ ਲੱਗੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜੇਕਰ ਤੁਸੀਂ ਭਾਰਤ ਤੋਂ ਦੁਬਈ ਜਾਂ ਕਿਸੇ ਹੋਰ ਵੀ ਮੁਲਕ ਦੇ ਵਿੱਚ ਵਾਪਸ ਘੁੰਮਣ ਜਾਂ ਆਪਣੀ ਵਰਕ ਪਰਮਿਟ ਤੇ ਜਾ ਰਹੇ ਹੋ ਤਾਂ ਤੁਹਾਡੇ ਲਈ ਖਬਰ ਅਹਿਮ ਹੈ। ਤੇ ਇਸ ਦੇ ਬਾਰੇ ਦੱਸਿਆ ਜਾ ਰਿਹਾ ਹੈ ਕਿ ਕਰੋਨਾ ਤੋਂ ਬਾਅਦ ਫਲਾਈਟਾਂ ਸ਼ੁਰੂ ਹੋਣ ਤੋਂ ਬਾਅਦ ਬਹੁਤ ਸਾਰੇ ਲੋਕ ਸਿੱਧੀ ਟਿਕਟ ਬੁੱਕ ਕਰਾ ਕੇ ਵੀਜ਼ੇ ਸਮੇਤ ਹੀ ਏਅਰਪੋਰਟ ਤੇ ਚਲੇ ਜਾਂਦੇ ਹਨ, ਪਰ ਅੱਗੋਂ ਜਿਹੜੇ ਏਅਰਲਾਈਨਸ ਹੈਗੇ ਆ ਉਹਨਾਂ ਦਾ ਸਟਾਫ ਉਹਨਾਂ ਨੂੰ ਜਹਾਜ਼ ਚੜ੍ਹਨ ਨਹੀਂ ਦਿੰਦੇ ਕਿਉਂਕਿ ਇਸ ਦੇ ਲਈ ਉਹ ਕਰੋਨਾ ਦੀ ਨੈਗੇਟਿਵ ਰਿਪੋਰਟ ਮੰਗਦੇ ਹਨ। ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਰਿਪੋਰਟ ਹਸਪਤਾਲ ਦੇ ਰੰਗਦਾਰ ਲੈਟਰ ਹੈਡ ਦੇ ਉੱਪਰ ਸਟੈਂਪ ਤੇ ਡਾਕਟਰ ਦੀ ਸਾਈਨ ਦੇ ਸਮੇਤ ਹੋਣੀ ਚਾਹੀਦੀ ਤੇ ਇਹ ਜਿਹੜੀ ਰਿਪੋਰਟ ਹੈਗੀ ਆ ਕੰਪਿਊਟਰਾਈਜ਼ਡ ਹੋਣੀ ਚਾਹੀਦੀ ਹੈ ਤੇ ਹੱਥ ਨਾਲ ਲਿਖੀ ਹੋਈ ਜਿਹੜੀ ਰਿਪੋਰਟ ਹੈ ਉਹ ਸਵੀਕਾਰ ਨਹੀਂ ਕੀਤੀ ਜਾਵੇਗੀ। ਬਾਕੀ ਜੇਕਰ ਦੁਬਈ 'ਚ ਵਰਕ ਪਰਮਿਟ ਤੇ ਤੁਸੀਂ ਜਾ ਰਹੇ ਹੋ ਤਾਂ ਤੁਹਾਡੇ ਕੋਲ ਕਰੋਨਾ ਰਿਪੋਰਟ ਤੋਂ ਇਲਾਵਾ GDRFA ਦੀ ਮਨਜ਼ੂਰੀ ਲੈਟਰ ਵੀ ਹੋਣੀ ਚਾਹੀਦੀ ਹੈ ਤੇ ਇਸ ਦੇ ਨਾਲ ਜਿਹੜਾ ਵਿਜ਼ਟਰ ਵੀਜ਼ਾ ਹੈ ਤੇ ਜਾਣ ਵਾਲੇ ਯਾਤਰੀਆਂ ਕੋਲ ਇੰਸ਼ੋਰੈਂਸ ਹੋਣੀ ਵੀ ਜ਼ਰੂਰੀ ਹੈ। ਇਸ ਤੋਂ ਬਾਅਦ ਅਗਲੀ ਨਿਊਜ਼ ਪੰਜਾਬ ਤੋਂ ਆ ਰਹੀ ਹੈ। ਪੰਜਾਬ ਦੇ ਵਿੱਚ ਵੀ ਕਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਤੇ ਇਸ ਦੇ ਲਈ ਸਰਕਾਰ ਨੇ ਕਾਫੀ ਸਖਤ ਫੈਸਲਾ ਲਿਆ ਹੈ ਤੇ ਸੂਬੇ ਵਿੱਚ ਮੁੜ ਦੁਆਰਾ ਨਾਈਟ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ ਤੇ ਇਹ ਨਾਈਟ ਕਰਫਿਊ 1 ਦਸੰਬਰ ਤੋਂ 15 ਦਸੰਬਰ ਤੱਕ ਲਾਗੂ ਰਹੇਗਾ ਤੇ ਇਹ ਰਾਤ ਦਾ ਕਰਫਿਊ 10 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਰਹੇਗਾ। ਤੇ ਪੰਜਾਬ ਸਰਕਾਰ ਵੱਲੋਂ ਇੱਕ ਨਵੇਂ ਫਰਮਾਨ ਦੇ ਅਨੁਸਾਰ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ ਰਾਤ 9:30 ਵਜੇ ਬੰਦ ਕਰਨ ਦਾ ਉਹਨਾਂ ਨੇ ਹੁਕਮ ਦਿੱਤਾ। ਇਹ ਸੀ ਅੱਜ ਦੀਆਂ ਕੁਝ ਖਾਸ ਖਬਰਾਂ। ਇਸ ਨਾਲ ਇਹ ਵੀਡੀਓ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ। ਵੀਡੀਓ ਦੇਖਣ ਲਈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।